ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 7 ਸਾਲਾਂ ਦੌਰਾਨ ਵਿੱਤ ਪ੍ਰਣਾਲੀ ਦੇ ਸੁਧਾਰਾਂ ਦਾ ਗਰੀਬਾਂ ਅਤੇ ਮੱਧਮ ਵਰਗ ਨੂੰ ਲਾਭ ਪੁੱਜਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਸਵਰਨਿਮ ਵਿਜੇ ਪਰਵ ਦਾ ਉਦਘਾਟਨ। ਹੈਲੀਕਾਪਟਰ ਕ੍ਰੈਸ਼ ਦੌਰਾਨ ਸ਼ਹੀਦ ਹੋਏ ਨਾਇਕ ਗੁਰਸੇਵਕ ਸਿੰਘ ਦਾ ਤਰਨਤਾਰਨ ਜ਼ਿਲ੍ਹੇ ਦੇ ਦੋਦਾ ਸੋਢੀਆਂ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ। ਆਪਣੇ ਪੰਜਾਬ ਦੌਰੇ ਦੌਰਾਨ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗਾਂ ਦੌਰਾਨ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਚੋਣ ਤਿਆਰੀਆਂ ਜ਼ੋਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 7 ਵਰ੍ਹਿਆਂ ਦੌਰਾਨ ਵਿੱਤ ਪ੍ਰਣਾਲੀ ਵਿੱਚ ਕੀਤੇ ਗਏ ਵੱਖ-ਵੱਖ ਸੁਧਾਰਾਂ ਦਾ ਗਰੀਬਾਂ ਅਤੇ ਦਰਮਿਆਨੇ ਵਰਗ ਨੂੰ ਲਾਭ ਪੁੱਜਾ ਹੈ। ਅੱਜ ਨਵੀਂ ਦਿੱਲੀ ਵਿੱਚ ਜਮ੍ਹਾਂਕਰਤਾਵਾਂ ਦੇ 5 ਲੱਖ ਰੁਪਏ ਤੱਕ ਦੀ ਪਹਿਲੀ ਗਰੰਟੀਸ਼ੁਦਾ ਸਮਾਂਬੱਧ ਜਮ੍ਹਾਂ ਭੁਗਤਾਨ ਬਾਰੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਮ੍ਹਾਂਕਰਤਾ ਦੇ ਹਿੱਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਹੈ। ਮੋਦੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ 1 ਲੱਖ ਤੋਂ ਵਧੇਰੇ ਜਮ੍ਹਾਂਕਰਤਾਵਾਂ ਨੂੰ ਪਿਛਲੇ ਕਈ ਸਾਲਾਂ ਤੋਂ ਬੈਂਕਾਂ ਵਿੱਚ ਫਸੀ ਰਕਮ ਵਾਪਸ ਮਿਲੀ ਹੈ, ਜੋ ਤਕਰੀਬਨ 1300 ਕਰੋੜ ਰੁਪਏ ਦੀ ਹੈ। ਉਹਨਾਂ ਨੇ ਕਿਹਾ ਕਿ ਬੈਂਕ ਡਿਪਾਜ਼ਿਟ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ है। हमारे देश में बैंक डिपॉजिटर्स के लिए इंश्योरेंस की व्यवस्था 60 के दशक में बनाई गई थी, यानी उसको भी करीब 60 साल हो गए। पहले बैंक में जमा रकम में सिर्फ 50,000 रुपये तक की राशि पर ही गारंटी थी, फिर इसे बढ़ाकर 1 लाख रुपया कर दिया गया था। यानी अगर बैंक में डूबा जो डिपॉजिटर्स के पैसे जमाकर्ताओं को 1 लाख रुपया तक तो मिलता था, लेकिन वो भी गारंटी नहीं कब मिलेगा, 8-8, 10-10 साल तक वो मामला लटका रहता था, कोई समय सीमा नहीं थी। गरीब की चिंता को समझते हुए, मध्यम वर्ग की चिंता को समझते हुए हमने इस राशि को 1 लाख से बढ़ा करके 5 लाख रुपया कर दिया। इस समागम ਨੂੰ ਹੋਰਨਾਂ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਦੇ ਇੰਡੀਆ ਗੇਟ ਵਿਖੇ ਸਵਰਨਿਮ ਵਿਜੇ ਪਰਵ ਦਾ ਉਦਘਾਟਨ ਕੀਤਾ। ਇਹ 2 ਦਿਨਾਂ ਪਰਵ 1971 ਦੀ ਜੰਗ ਵਿੱਚ ਭਾਰਤ ਦੀ ਇਤਿਹਾਸਕ ਫਤਿਹ ਤੇ ਭਾਰਤ ਤੇ ਬੰਗਲਾਦੇਸ਼ ਦੀ ਦੋਸਤੀ ਦੇ 50 ਵਰ੍ਹੇ ਪੂਰੇ ਹੋਣ ਤੇ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਸਬੰਧ ਵਿੱਚ 1971 ਦੀ ਜੰਗ ਦੌਰਾਨ ਇਸਤੇਮਾਲ ਕੀਤੇ ਗਏ ਫੌਜੀ ਸਾਜ਼ੋ ਸਮਾਨ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਤੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਲੋਕ ਰਾਜ ਦੀ ਸਥਾਪਨਾ ਲਈ ਭਾਰਤ ਨੇ ਉੱਘਾ ਯੋਗਦਾਨ ਪਾਇਆ ਹੈ ਤੇ ਭਾਰਤ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 50 ਵਰ੍ਹਿਆਂ ਵਿੱਚ ਬੰਗਲਾदेश विकास के रास्ते ते वध रहा है। नरेंद्र मोदी जी के नेतृत्व में रक्षा क्षेत्र में कई बड़े सुधार किए गए। सरकार ने चीफ ऑफ डिफेंस स्टाफ और डिपार्टमेंट ऑफ मिलिट्री अफेयर्स की भी रचना की है। भविष्य की जरूरतों को ध्यान में रखकर सेनाओं को लगातार हमारी सरकार के द्वारा मजबूती दी जा रही है। रक्षा खरीद से लेकर रक्षा उत्पादन तक में सरकार अनेक नए कदम उठा रही है, जिससे हमारी सेनाएं सशक्त और सुदृढ़ बन सकें। रक्षा अनुसंधान, विकास और विनिर्माण में निजी क्षेत्र को बढ़ावा दिया गया है और आत्मनिर्भर भारत अभियान के माध्यम से रक्षा क्षेत्र में आत्मनिर्भरता को बढ़ावा देने का प्रयास भी उसी में शामिल है। इस मौके ते होरनां तो इलावा केंद्रीय वित्त मंत्री निर्मला सीतारमन भी मौजूद सन। आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਪਾ ਤੋਗਨ ਨੇਂਗ ਮਿੰਜ਼ਾ ਸੰਗਮਾ, ਬਾਬਾ ਰਾਘਵ ਦਾਸ,
ਕੋਂਡਾ ਵੈਂਕਟ ਰੰਗਾ ਰੈਡੀ ਤੋਂ ਇਲਾਵਾ ਬਾਬੂ ਗੇਨੂ ਸੈਦ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅੱਜ ਦੀ ਘੜੀ ਵਿੱਚ ਅਸੀਂ ਸੁਤੰਤਰਤਾ ਸੈਨਾਨੀ ਪਾ ਤੋਗਨ ਨੇਂਗ ਮਿੰਜ਼ਾ ਸੰਗਮਾ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਉਹ 12 ਦਸੰਬਰ 1872 ਨੂੰ ਸ਼ਹੀਦ ਹੋਏ ਸਨ। ਗਾਰੋ ਕਬੀਲੇ ਦੇ ਨੇਤਾ ਤੋਗਨ ਦਾ ਨਾਂ ਮੇਘਾਲਿਆ ਵਿੱਚ ਸ਼ਹੀਦੀ ਯਾਦਗਾਰ ਵਿੱਚ ਅਮਰ ਹੈ। (1862) ਵਿੱਚ ਅੰਗਰੇਜ਼ ਮੇਘਾਲਿਆ ਦੀਆਂ ਗਾਰੋ ਪਹਾੜੀਆਂ ਵੱਲ ਵਧਣ ਲੱਗੇ ਤਾਂ ਉਹਨਾਂ ਨੂੰ ਸਥਾਨਕ ਕਬੀਲਿਆਂ ਦੇ ਵਿਰੋਧ ਦਾ ਟਾਕਰਾ ਕਰਨਾ ਪਿਆ। ਗਾਰੋ ਯੋਧਾ ਪਾ ਤੋਗਨ ਨੇਂਗ ਮਿੰਜ਼ਾ ਨੇ ਅੰਗਰੇਜ਼ ਫੌਜ ਦੀ ਛਤਰ ਛਾਇਆ ਹੇਠ ਆਉਣ ਤੋਂ ਮਨਾ ਕਰ ਦਿੱਤਾ, ਜੋ ਉਹਨਾਂ ਦੀ ਮਾਤ ਭੂਮੀ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਦਸੰਬਰ 1872 ਵਿੱਚ ਅੰਗਰੇਜ਼ ਫੌਜੀਆਂ ਨੇ ਗਾਰੋ ਦੀਆਂ ਪਹਾੜੀਆਂ ਵਿੱਚ ਮਾਚਾ ਰੋਂਗ ਕਰੈਕ ਪਿੰਡ ਵਿੱਚ ਕੈਂਪ ਸਥਾਪਿਤ ਕੀਤਾ। ਪਾ ਤੋਗਨ ਅਤੇ ਉਹਨਾਂ ਦੇ ਗਾਰੋ ਯੋਧਿਆਂ ਨੇ ਅੰਗਰੇਜ਼ ਫੌਜੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਹੈਰਾਨ ਪਰੇਸ਼ਾਨ ਅੰਗਰੇਜ਼ ਫੌਜ ਕੁਝ ਸਮੇਂ ਬਾਅਦ ਇਕਜੁੱਟ ਹੋਈ ਅਤੇ ਸਖਤ ਮੁਕਾਬਲਾ ਕੀਤਾ। ਗਾਰੋ ਯੋਧੇ ਆਖਰੀ ਸਾਹ ਤੱਕ ਲੜੇ, ਪਰ ਗਾਰੋ ਯੋਧਿਆਂ ਦੀਆਂ ਤਲਵਾਰਾਂ ਤੇ ਬਰਸ਼ਿਆਂ ਅਤੇ ਅੰਗਰੇਜ਼ੀ ਬੰਦੂਕਾਂ ਦੇ ਵਿਚਾਲੇ ਕੋਈ ਮੁਕਾਬਲਾ ਨਹੀਂ ਸੀ ਅਤੇ ਪਾ ਤੋਗਨ ਨੇਂਗ ਮਿੰਜ਼ਾ ਲੜਾਈ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਮਹਾਨ ਗਾਰੋ ਯੋਧਾ ਅਤੇ ਨੇਤਾ ਨੂੰ 100 ਵਾਰ ਨਮਨ। बापू का सपना सुनहरा साकार कइल जाए हमन मिलके। ਅੱਜ ਅਸੀਂ ਸੁਤੰਤਰਤਾ ਸੈਨਾਨੀ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਬਾਬਾ ਰਾਘਵ ਦਾਸ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 12 ਦਸੰਬਰ 1896 ਨੂੰ ਹੋਇਆ ਸੀ। (1921) ਵਿੱਚ ਮਹਾਤਮਾ ਗਾਂਧੀ ਗੋਰਖਪੁਰ ਆਏ ਤਾਂ ਬਾਬਾ ਰਾਘਵ ਦਾਸ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸੁਤੰਤਰਤਾ ਲਈ ਉਹਨਾਂ ਦੇ ਕਾਰਜਾਂ ਅਤੇ ਗਰੀਬਾਂ ਦੇ ਵਾਂਝੇ ਵਰਗ ਦੇ ਲੋਕਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ। ਬਾਅਦ ਵਿੱਚ ਦਾਂਡੀ ਮਾਰਚ ਦੌਰਾਨ ਬਾਬਾ ਜੀ ਵੀ ਗਾਂਧੀ ਜੀ ਦੇ ਨਾਲ ਰਹੇ। ਸੁਤੰਤਰਤਾ ਅੰਦੋਲਨ ਦੇ ਦੌਰਾਨ ਬਾਬਾ ਰਾਘਵ ਦਾਸ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਸਭ ਤੋਂ ਪਹਿਲਾਂ 1921 ਵਿੱਚ ਉਹਨਾਂ ਨੂੰ ਜੇਲ੍ਹ ਹੋਈ। 12 ਵਿੱਚ ਰਾਘਵ ਦਾਸ ਦਾ ਆਸ਼ਰਮ ਸੁਤੰਤਰਤਾ ਨਾਲ ਜੁੜੀਆਂ ਗਤੀਵਿਧੀਆਂ ਦਾ ਕੇਂਦਰ ਸੀ। ਉਹ ਰਾਮ ਪ੍ਰਸਾਦ ਬਿਸਮਿਲ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਰਾਮ ਪ੍ਰਸਾਦ ਬਿਸਮਿਲ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਬਾਬਾ ਰਾਘਵ ਦਾਸ ਨੇ ਆਸ਼ਰਮ ਵਿੱਚ ਉਹਨਾਂ ਦੀ ਯਾਦਗਾਰ ਬਣਵਾਈ। ਸੁਤੰਤਰਤਾ ਤੋਂ ਬਾਅਦ ਬਾਬਾ ਰਾਘਵ ਦਾਸ ਨੇ ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ। ਉਹਨਾਂ ਨੇ ਦੇਵਰੀਆ, ਬ੍ਰਹਮਹਜ ਅਤੇ ਕੁਸ਼ੀਨਗਰ ਵਿੱਚ ਕਈ ਸਿੱਖਿਆ ਸੰਸਥਾਵਾਂ ਸ਼ੁਰੂ ਕੀਤੀਆਂ। 15 ਜਨਵਰੀ 1958 ਨੂੰ ਮਹਾਨ ਸੰਤ ਅਤੇ ਦਾਰਸ਼ਨਿਕ ਬਾਬਾ ਰਾਘਵ ਦਾ ਦੇਹਾਂਤ ਹੋ ਗਿਆ। ਅੱਜ ਅਸੀਂ ਸੁਤੰਤਰਤਾ ਸੈਨਾਨੀ ਕੋਂਡਾ ਵੈਂਕਟ ਰੰਗਾ ਰੈਡੀ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 12 ਦਸੰਬਰ 1890 ਨੂੰ ਹੋਇਆ ਸੀ। ਉਹ ਕੇ.ਵੀ. ਰੰਗਾ ਰੈਡੀ ਦੇ ਨਾਂ ਨਾਲ ਲੋਕਪ੍ਰਿਯ ਸਨ। ਉਹਨਾਂ ਨੇ ਹੈਦਰਾਬਾਦ ਦੇ ਨਿਜ਼ਾਮ ਦੇ ਰਜ਼ਾਕਾਰਾਂ ਨਾਲ ਵੀ ਲੜਾਈ ਲੜੀ। ਹੈਦਰਾਬਾਦ ਦੇ ਭਾਰਤ ਵਿੱਚ ਰਿਲੇਵੇਂ ਤੋਂ ਬਾਅਦ ਰੈਡੀ 1959 ਵਿੱਚ ਆਂਧਰ ਪ੍ਰਦੇਸ਼ ਦੇ ਮਾਲ ਮੰਤਰੀ ਅਤੇ 1961 ਵਿੱਚ ਉਪ ਮੁੱਖ ਮੰਤਰੀ ਬਣੇ। ਉਹਨਾਂ ਨੇ ਤੇਲੰਗਾਨਾ ਅੰਦੋਲਨ ਵਿੱਚ ਵੀ ਹਿੱਸਾ ਲਿਆ ਅਤੇ ਉਹਨਾਂ ਦੇ ਸਨਮਾਨ ਵਿੱਚ ਤੇਲੰਗਾਨਾ ਦੇ ਇੱਕ ਜ਼ਿਲ੍ਹੇ ਦਾ ਨਾਂ ਰੱਖਿਆ ਗਿਆ। ਅੱਜ ਅਸੀਂ ਸੁਤੰਤਰਤਾ ਸੈਨਾਨੀ ਬਾਬੂ ਗੇਨੂ ਸੈਦ ਨੂੰ ਵੀ ਯਾਦ ਕਰ ਰਹੇ ਹਾਂ। ਗੇਨੂ ਮੁੰਬਈ ਦੀ ਇੱਕ ਮਿੱਲ ਵਿੱਚ ਮਜ਼ਦੂਰ ਸਨ। ਉਹ ਮਹਾਤਮਾ ਗਾਂਧੀ ਦੇ ਸਵਦੇਸ਼ੀ ਅੰਦੋਲਨ ਦੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ। 12 ਦਸੰਬਰ 1930 ਨੂੰ ਮਾਨਚੈਸਟਰ ਦਾ ਕੱਪੜਾ ਵਪਾਰੀ ਜਾਰਜ ਫਰੈਜ਼ੀਅਰ ਫੋਰਟ ਰੀਜਨ ਵਿੱਚ ਆਪਣੀ ਦੁਕਾਨ ਤੋਂ ਵਿਦੇਸ਼ ਵਿੱਚ ਬਣੇ ਕੱਪੜੇ ਮੁੰਬਈ ਬੰਦਰਗਾਹ 'ਤੇ ਲਿਜਾ ਰਿਹਾ ਸੀ। ਕਲਬਾ ਦੇਵੀ ਰੋਡ 'ਤੇ ਭਾਂਗਵਾੜੀ ਨੇੜੇ ਬਾਬੂ ਗੇਨੂ ਟਰੱਕ ਦੇ ਸਾਹਮਣੇ ਖੜੇ ਹੋ ਗਏ ਅਤੇ ਮਹਾਤਮਾ ਗਾਂਧੀ ਦੀ ਤਾਰੀਫ ਵਿੱਚ ਨਾਅਰੇ ਲਗਾਉਣ ਲੱਗੇ। ਪੁਲਿਸ ਅਧਿਕਾਰੀ ਨੇ ਟਰੱਕ ਡਰਾਈਵਰ ਨੂੰ ਹੁਕਮ ਦਿੱਤਾ ਕਿ ਟਰੱਕ ਬਾਬੂ ਗੇਨੂ ਉੱਪਰ ਚੜ੍ਹਾ ਦਿੱਤਾ ਜਾਵੇ, ਪਰ ਟਰੱਕ ਡਰਾਈਵਰ ਭਾਰਤੀ ਸੀ ਅਤੇ ਉਸ ਨੇ ਗੱਡੀ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ।
ਉਸ ਦੇ ਬਾਅਦ ਅੰਗਰੇਜ਼ ਪੁਲਿਸ ਅਧਿਕਾਰੀ ਖੁਦ ਟਰੱਕ ਚਲਾਉਣ ਲੱਗਾ ਅਤੇ ਬਾਬੂ ਗੇਨੂ ਉੱਪਰ ਟਰੱਕ ਚੜ੍ਹਾ ਦਿੱਤਾ। ਟਰੱਕ ਹੇਠ ਕੁਚਲੇ ਜਾਣ ਨਾਲ ਬਾਬੂ ਗੇਨੂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੀ ਮੁੰਬਈ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ। ਹੜਤਾਲ ਹੋਈ ਅਤੇ ਵਿਰੋਧ ਪ੍ਰਦਰਸ਼ਨ ਹੋਏ। ਸ਼ਹੀਦ ਬਾਬੂ ਗੇਨੂ ਨੂੰ 100 ਵਾਰ ਨਮਨ। ਬੀਤੇ ਦਿਨੀ ਤਮਿਲਨਾਡੂ ਦੇ ਕਨੂਰ ਵਿੱਚ ਫੌਜ ਦੇ ਇੱਕ ਹੈਲੀਕਾਪਟਰ ਨੂੰ ਪੇਸ਼ ਆਏ ਹਾਦਸੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਨਾਇਕ ਗੁਰਸੇਵਕ ਸਿੰਘ ਦਾ ਅੱਜ ਪਿੰਡ ਦੋਦੇ ਸੋਢੀਆਂ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਸਵੇਰੇ ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਜ਼ਿਲ੍ਹੇ ਵਿੱਚ ਉਹਨਾਂ ਦੇ ਗ੍ਰਹਿ ਪਿੰਡ ਦੋਦੇ ਸੋਢੀਆਂ ਪੁੱਜੀ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਭਾਰਤੀ ਫੌਜ ਦੇ ਜਵਾਨ ਅਤੇ ਹੋਰ ਅਧਿਕਾਰੀ ਫੁੱਲਾਂ ਨਾਲ ਸਜੀ ਸੈਨਾ ਦੀ ਗੱਡੀ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਆਏ। ਸਿਆਸੀ ਨੇਤਾਵਾਂ, ਫੌਜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਿੰਡ ਵਾਸੀਆਂ ਨੇ ਨਾਇਕ ਗੁਰਸੇਵਕ ਸਿੰਘ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼ਰਧਾਂਜਲੀਆਂ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਖੇਮਕਰਨ ਹਲਕੇ ਤੋਂ ਵਿਧਾਨਕਾਰ ਸੁਖਪਾਲ ਸਿੰਘ ਭੁੱਲਰ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ, ਫੌਜੀ ਅਤੇ ਪੁਲਿਸ ਅਧਿਕਾਰੀ ਸ਼ਾਮਲ ਸਨ। ਲੋਕਾਂ ਨੇ ਭਾਰਤ ਮਾਤਾ ਕੀ ਜੈ ਅਤੇ ਨਾਇਕ ਗੁਰਸੇਵਕ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ। ਇਸ ਭਿਆਨਕ ਹੈਲੀਕਾਪਟਰ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਸਮੇਤ 13 ਜਾਨਾਂ ਗਈਆਂ। ਨਾਇਕ ਗੁਰਸੇਵਕ ਸਿੰਘ ਦੀ ਲਾਸ਼ ਦੀ ਪਹਿਚਾਣ DNA ਰਾਹੀਂ ਕੀਤੀ ਗਈ। ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਨਅਤਾਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਸਕਿੱਲ ਸੈਂਟਰ ਖੋਲ੍ਹੇ ਜਾਣਗੇ। ਬੀਤੀ ਰਾਤ ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਇੰਡਸਟਰੀਅਲ ਸੈੱਲ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਲੇਖੀ ਨੇ ਕਿਹਾ ਕਿ ਸਨਅਤ ਵਿੱਚ ਵਧੀਆ ਸਮਾਨ ਬਣਾਉਣ ਵਾਸਤੇ ਇਸ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਇਹ ਸਮਾਨ ਵਿਦੇਸ਼ਾਂ ਵਿੱਚ ਆਸਾਨੀ ਨਾਲ ਵੇਚਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸਨਅਤੀਕਰਨ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਇਸ ਲਈ ਤਕਨਾਲੋਜੀ ਅਤੇ ਜਾਂਚ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ ਤੇ ਇਸ ਨਾਲ ਸਨਅਤ ਨੂੰ ਕੌਮੀ ਪੱਧਰ ਤੇ ਪਛਾਣ ਵੀ ਮਿਲੇਗੀ। ਇਸ ਮੌਕੇ ਕੇਂਦਰੀ ਮੰਤਰੀ ਨੂੰ ਸਨਅਤ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਰਕੇਸ਼ ਰਾਠੌਰ, KD ਭੰਡਾਰੀ ਤੇ ਮਹਿੰਦਰ ਭਗਤ ਵੀ ਮੌਜੂਦ ਸਨ। ਆਪਣੇ ਪੰਜਾਬ ਦੌਰੇ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸਨਅਤ ਨਗਰੀ ਮੰਡੀ ਗੋਬਿੰਦਗੜ੍ਹ ਦਾ ਦੌਰਾ ਕਰਕੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗਾਂ ਨੂੰ ਖੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰੇਗੀ। ਇਸ ਨਾਲ ਸਨਅਤਕਾਰਾਂ ਨੂੰ ਪੇਸ਼ ਆ ਰਹੀ ਸਕ੍ਰੈਪ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ। ਲੇਖੀ ਨੇ ਕਿਹਾ ਕਿ ਲੋਹਾ ਤੇ ਸਟੀਲ ਸਨਅਤ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਉਸ ਤੋਂ ਦੇਸ਼ ਦਾ ਢਾਂਚਾ ਤਿਆਰ ਹੁੰਦਾ ਏ। ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਪੰਜਾਬ ਦੀਆਂ ਸਨਅਤਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਨੇ। ਔਰ ਗੋਬਿੰਦਗੜ੍ਹ ਲਈ ਹੋਰ ਜ਼ਰੂਰੀ ਹੋ ਜਾਂਦਾ ਹੈ, ਪੂਰੇ ਦੇਸ਼ ਲਈ ਵੀ ਸਕ੍ਰੈਪ ਯਾਰਡ ਬਣਾਉਣ ਦੀ ਲੋੜ ਹੈ ਕਿਉਂਕਿ ਜਿੱਥੇ ਸਕ੍ਰੈਪ ਆਏਗਾ ਉਸ ਸਕ੍ਰੈਪ ਨੂੰ ਪਿਘਲਾ ਕੇ ਲੋਹਾ ਕੱਢ ਕੇ ਤੇ ਕੰਮ ਹੋਣਾ ਹੈ ਤੇ ਇਹ ਰੀਸਾਈਕਲਿੰਗ ਬਹੁਤ ਵੱਡੀ ਇੰਡਸਟਰੀ ਵੀ ਹੈ। ਪਰ ਜਦੋਂ ਪਲਾਨਿੰਗ ਹੋਏਗੀ, ਜਿਵੇਂ ਕੰਮ ਹੋਏਗਾ ਉੰਝ ਮੈਂ ਪਰਤਾ ਖੋਲਦੀ ਜਾਵਾਂਗੀ। ਅੱਜ ਤੇ ਮੈਂ ਸੁਣਨ ਆਈ ਹਾਂ ਨਾ, ਪਲਾਨਿੰਗ ਦੱਸਣ ਨਹੀਂ ਆਈ ਹਾਂ, ਮੈਂ ਅੱਜ ਸੁਣਨ ਆਈ ਹਾਂ ਕਿ ਇਹਨਾਂ ਦੀ ਪ੍ਰੋਬਲਮ ਕੀ ਹੈ। ਇਹਨਾਂ ਦੀ ਪ੍ਰੋਬਲਮ ਸੁਣ ਕੇ ਤੇ ਪਲਾਨਿੰਗ ਹੋਏਗੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ। ਆਗਿਆ ਦਿਓ। ਨਮਸਕਾਰ।